Hello guys, welcome and welcome back to my channel. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੀ ਵੀਡੀਓ ਜਿਹੜੀ ਆ ਮੈਂ ਮੇਰੇ ਚੈਨਲ ਦੀ ਪਹਿਲੀ ਵੀਡੀਓ ਹੋਣ ਵਾਲੀ ਹੈ ਜਿਹਦੇ ਵਿੱਚ ਮੈਂ ਪੰਜਾਬੀ 'ਚ ਪੜ੍ਹਾਵਾਂਗੀ ਰਾਈਟ, ਪੰਜਾਬੀ ਦੇ ਵਿੱਚ ਸਮਝਾਵਾਂਗੀ। ਸੋ ਅਗਰ ਤੁਹਾਨੂੰ ਪੰਜਾਬੀ ਸਮਝ ਨਹੀਂ ਆਉਂਦੀ ਯੂ ਮੇ ਸਕਿਪ ਦਿਸ ਵੀਡੀਓ, ਯੂ ਮੇ ਨਾਟ ਵਾਚ ਦਿਸ ਵੀਡੀਓ। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਦੇ ਵਿੱਚ ਪੜ੍ਹਾਂਗੇ, ਜੋ ਵੀ ਪੜ੍ਹਾਂਗੇ ਰਾਈਟ। ਸੋ लेट्स बिगिन। अज आप पढ़ने जा रहे हैं प्लांट किंगडम चैप्टर, जो कि +1 बायोलॉजी का चैप्टर है। ठीक है, सो प्रीवियस चैप्टर तो पहला वाला चैप्टर है बायोलॉजिकल क्लासीफिकेशन। वो अपने ब्रॉड क्लासीफिकेशन की सी लिविंग ऑर्गेनिजम्स की अंडर द सिस्टम प्रपोज्ड बाय विटेकर। ठीक है, विटेकर ने क्लासीफिकेशन की उन्हें 5 किंगडम्स बनाई सी। ठीक है, सब तो पहला कैरोलस लीनियस ने बनाई सी राइट। फिर उसके बाद अगे क्या होंदा गया ਸ਼ੈਕਲ ਨੇ, ਕੋਪਲੈਂਡ ਨੇ, ਹੈ ਨਾ। ਇੱਦਾਂ ਇੱਦਾਂ ਹੌਲੀ ਹੌਲੀ ਅਤੇ ਐਂਡ 'ਤੇ ਵਿਟੇਕਰ ਦੇ ਟਾਈਮ ਦੇ ਵਿੱਚ 1969 ਦੇ ਵਿੱਚ ਐਂਡ 'ਤੇ 5 ਕਿੰਗਡਮ ਬਣ ਕੇ ਆਪਣੇ ਜਿਹੜੇ ਸੀ ਉਹ ਤਿਆਰ ਹੋ ਗਏ ਸੀ। ਠੀਕ ਹੈ, ਕਿਹੜੇ ਕਿਹੜੇ ਸੀ? ਮੋਨੇਰਾ, ਪ੍ਰੋਟਿਸਟਾ, ਫੰਜਾਈ, ਐਲਮੀਰੀਆ ਅਤੇ ਪਲਾਂਟੇ। ਠੀਕ ਹੈ, ਮੋਨੇਰਾ ਦੇ ਵਿੱਚ ਸਾਰੇ ਬੈਕਟੀਰੀਆ ਸੀਗੇ, ਇਹ ਸਾਰੇ ਪ੍ਰੋਕੈਰੀਓਟਿਕ ਆਰਗੈਨਿਜ਼ਮ ਸੀ, ਅਤੇ ਜਿਹੜੇ ਆ ਬਾਕੀ ਦੇ ਬਚ ਕੇ 4 ਇਹਨਾਂ ਦੇ ਯੂਕੈਰੀਓਟਿਕ ਆਰਗੈਨਿਜ਼ਮਸ ਹੁੰਦੇ ਸੀਗੇ। ਅਤੇ ਇਹ ਜਿਹੜਾ ਪਲਾਂਟ ਕਿੰਗਡਮ ਚੈਪਟਰ ਦੇ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗ ਰਿਹਾ ਕਿ ਆਪਾਂ ਪਲਾਂਟੇ ਕਿੰਗਡਮ ਜਿਹੜਾ ਹੈਗਾ ਉਹਨੂੰ ਆਪਾਂ ਹੋਰ ਡਿਟੇਲ ਦੇ ਵਿੱਚ ਪੜ੍ਹਨਾ। ਠੀਕ ਹੈ, ਪੜ੍ਹਾਂਗੇ। We must stress that our understanding of the plant kingdom has changed over time। ਆਪਣੀ ਪਲਾਂਟ ਕਿੰਗਡਮ ਦੀ ਅੰਡਰਸਟੈਂਡਿੰਗ ਜਿਹੜੀ ਆ ਟਾਈਮ ਦੇ ਨਾਲ ਨਾਲ ਜਿਹੜੀ ਆ ਉਹ ਚੇਂਜ ਹੋਈ ਹੈ। ਪਹਿਲਾਂ ਪਲਾਂਟ ਕਿੰਗਡਮ ਦੇ ਵਿੱਚ ਸਾਰੇ ਉਹ ਆਰਗੈਨਿਜ਼ਮਸ ਰੱਖੇ ਜਾਂਦੇ ਸੀ ਜਿਨ੍ਹਾਂ ਦੇ ਸੈੱਲ ਵਾਲ ਹੁੰਦੀ ਸੀ। that was the only basis on which ਕਿ ਆਪਾਂ ਕਿਸੇ ਵੀ ਆਰਗੈਨਿਜ਼ਮ ਨੂੰ ਪਲਾਂਟ ਕਿੰਗਡਮ ਦੇ ਵਿੱਚ ਪਾ ਰਹੇ ਹਾਂ। ਠੀਕ ਹੈ, ਉਹ ਇਕੱਲਾ ਬੇਸਿਸ ਸੀ ਕਿ ਸੈੱਲ ਵਾਲ ਹੈਗੀ ਹੈ ਤਾਂ ਉਹ ਪਲਾਂਟ ਕਿੰਗਡਮ ਜਾਊਗਾ, ਜੇ ਨਹੀਂ ਕਿ ਤਾਂ ਐਨੀਮਲ ਕਿੰਗਡਮ 'ਚ ਪਾ ਦਿੱਤਾ ਗਿਆ। ਕੈਰੋਲਸ ਲੀਨੀਅਸ ਨੇ ਇਹ ਚੀਜ਼ ਕੀਤੀ ਸੀ, ਅਤੇ ਇਸ ਕਰਕੇ ਕਾਫੀ ਸਾਰੇ ਆਰਗੈਨਿਜ਼ਮਸ ਕਿਸੇ ਵੀ ਕਿੰਗਡਮ ਦੇ ਵਿੱਚ ਨਹੀਂ ਗਏ ਸੀ ਰਾਈਟ। ਅਤੇ ਹੋਰ ਇਹਦਾ ਬਹੁਤ ਵੱਡਾ ਡਰੋਬੈਕ ਇਹ ਸੀਗਾ ਕਿ ਉਹਨੇ ਸਿਰਫ ਸੈੱਲ ਵਾਲ ਦੇਖ ਲਈ, ਬਾਕੀ ਚੀਜ਼ਾਂ ਨੇ ਲਿਖੀਆਂ। ਸੈੱਲ ਵਾਲ ਦੇਖ ਕੇ ਉਹਨੇ ਪ੍ਰੋਕੈਰੀਓਟਿਕ, ਯੂਕੈਰੀਓਟਿਕ ਆਰਗੈਨਿਜ਼ਮਸ, ਯੂਨੀ ਸੈਲੂਲਰ, ਮਲਟੀ ਸੈਲੂਲਰ ਆਰਗੈਨਿਜ਼ਮਸ, ਫੋਟੋਸਿੰਥੈਟਿਕ, ਨੋਨ ਫੋਟੋਸਿੰਥੈਟਿਕ ਚੱਕ ਕੇ ਸਾਰੇ ਦੇ ਸਾਰੇ ਕਿੰਗਡਮ ਦੇ ਵਿੱਚ ਦੇਖਦੇ, ਐਂਡ ਦਿਸ ਵਾਜ਼ ਨੋਟ ਰਾਈਟ। ਅਤੇ ਫਿਰ ਇਹ ਦੱਸਿਆ ਵੀ ਹੈ ਕਿ ਫੰਜਾਈ, ਮੋਨੇਰਾ ਦੇ ਮੈਂਬਰਸ, ਪ੍ਰੋਟਿਸਟਾ ਦੇ ਮੈਂਬਰਸ ਜਿਨ੍ਹਾਂ ਦੇ ਕੋਲ ਸੈੱਲ ਵਾਲਸ ਸੀਗੀਆਂ। ਠੀਕ ਹੈ, ਪ੍ਰੋਟਿਸਟਾ ਦੇ ਵਿੱਚ ਕਈ ਮੈਂਬਰਸ ਹੁੰਦੇ ਜਿਨ੍ਹਾਂ ਦੇ ਕੋਲ ਸੈੱਲ ਵਾਲ ਹੁੰਦੀ ਹੈ, ਅਤੇ ਕਈ ਹੁੰਦੇ ਜਿਨ੍ਹਾਂ ਦੇ ਕੋਲ ਨਹੀਂ, ਜਿਨ੍ਹਾਂ ਦੇ ਕੋਲ ਸੈੱਲ ਵਾਲ ਸੀਗੀ। ਠੀਕ ਹੈ, ਉਹ ਸਾਰੇ ਪਹਿਲਾਂ ਕਿੰਗਡਮ ਪਲਾਂਟੇ ਦੇ ਵਿੱਚ ਸੀ, ਉਸ ਤੋਂ ਬਾਅਦ ਉਹਨਾਂ ਨੂੰ ਕਿੰਗਡਮ ਪਲਾਂਟੇ 'ਚੋਂ ਐਕਸਕਲੂਡ ਕੀਤਾ ਗਿਆ। ਠੀਕ ਹੈ, ਸੋ ਜਿਹੜੇ ਸਿਆਨੋਬੈਕਟੀਰੀਆ ਸੀ, ਸਿਆਨੋਬੈਕਟੀਰੀਆ ਹੁੰਦੇ ਆ ਫੋਟੋਸਿੰਥੈਟਿਕ ਬੈਕਟੀਰੀਆ, ਅਤੇ ਬੈਕਟੀਰੀਆ ਦੇ ਨਾਮ ਤੋਂ ਪਤਾ ਲੱਗਦਾ ਕਿ ਆਪਣੇ ਹੀ ਮੋਨੇਰਾ ਕਿੰਗਡਮ ਦੇ ਵਿੱਚ ਆਉਂਦੇ ਹੋਣਗੇ ਰਾਈਟ। ਹੁਣ ਇਹਨਾਂ ਨੂੰ ਪਹਿਲਾਂ ਪਲਾਂਟੇ ਕਿੰਗਡਮ ਦੇ ਅੰਡਰ ਐਲਗੇ ਦੇ ਵਿੱਚ ਪਾਇਆ ਗਿਆ ਸੀਗਾ। ਠੀਕ ਹੈ, ਅਤੇ ਇਸ ਕਰਕੇ ਇਹਨਾਂ ਨੂੰ ਨਾਮ ਮਿਲਿਆ ਸੀਗਾ ਬਲੂ ਗ੍ਰੀਨ ਐਲਗੇ। ਠੀਕ ਹੈ, ਬਲੂ ਗ੍ਰੀਨ ਐਲਗੇ ਇਹਨਾਂ ਨੂੰ ਕਿਹਾ ਜਾਂਦਾ ਸੀ, ਬਟ ਹੁਣ ਇਹ ਐਲਗੇ ਨਹੀਂ ਰਹੀ ਰਾਈਟ। ਨਾਓ ਦੇ ਆਰ ਨੋਟ algae anymore because they are not plants and algae are plants right। but ਫਿਰ ਵੀ ਆਪਾਂ ਕਾਮਨਲੀ ਜਿਹੜੇ ਸਿਆਨੋਬੈਕਟੀਰੀਆ ਨੂੰ ਬਲੂ ਗ੍ਰੀਨ ਐਲਗੇ ਦੇ ਨਾਮ ਨਾਲ ਅੱਜ ਵੀ ਰੈਫਰ ਕਰ ਦਿੰਦੇ ਹਾਂ। ਠੀਕ ਹੈ, ਅਤੇ ਪਲਾਂਟ ਕਿੰਗਡਮ ਦੇ ਵਿੱਚ 5 ਫਾਈਲਮ ਆਉਂਦੇ ਆ: ਐਲਗੇ, ਬ੍ਰਾਇਓਫਾਈਟਸ, ਟੈਰਿਡੋਫਾਈਟਸ, ਜਿਮਨੋਸਪਰਮਸ ਅਤੇ ਐਂਜੀਓਸਪਰਮਸ। ਇਹ ਸਾਰੇ ਦੇ ਸਾਰੇ 5 ਜਿਹੜੇ ਆਪਣੇ ਫਾਈਲਮ ਨੇ, ਇਹਨਾਂ ਨੂੰ ਆਪਾਂ ਅੱਜ ਦੀ ਇਹਦੇ ਵਿੱਚ ਜਿਹੜਾ ਚੈਪਟਰ ਹੈ ਉਹਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਾਂਗੇ। ਹੋ ਸਕਦਾ ਆਪਾਂ ਇਹਨੂੰ ਪਾਰਟਸ ਦੇ ਵਿੱਚ ਪਾਈਏ, ਜਾਂ ਹੋ ਸਕਦਾ ਆਪਾਂ ਸਾਰੇ ਦੇ ਸਾਰੇ ਇਕੱਠਾ ਪਾ ਦਈਏ, ਆਪਾਂ ਨੂੰ ਅੱਗੇ ਪਤਾ ਲੱਗੂਗਾ। ਦੇਖਦੇ ਹਾਂ ਕੀ ਬਣਦਾ। ਸ਼ੁਰੂ ਕਰਦੇ ਹਾਂ। Let us look at the classification within angiosperms to understand some of the concerns that influence the classification system। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਆਪਣਾ ਜਿਹੜੀ ਅੰਡਰਸਟੈਂਡਿੰਗ ਹੈ ਨਾ ਪਲਾਂਟ ਕਿੰਗਡਮ ਦੀ, ਜਾਂ ਇਹਦੇ ਅੰਦਰ ਹੋਰ ਫਾਈਲਮ ਨੇ ਵੀ ਕਿਹਦੇ ਵਿੱਚ ਕਿੱਦਾਂ ਦੇ ਆਰਗੈਨਿਜ਼ਮਸ ਪਾਉਣੇ ਆ, ਕਲਾਸੀਫਿਕੇਸ਼ਨ ਦਾ ਬੇਸਿਸ ਜਿਹੜਾ ਹੈ ਉਹ ਕਿੱਦਾਂ ਚੇਂਜ ਹੋਇਆ, ਪਹਿਲਾਂ ਆਪਾਂ ਉਹਨੂੰ ਦੇਖਦੇ ਹਾਂ। ਠੀਕ ਹੈ, ਅਤੇ ਕਲਾਸੀਫਿਕੇਸ਼ਨ ਦਾ ਬੇਸਿਸ ਕਿੱਦਾਂ ਚੇਂਜ ਹੋਇਆ ਉਹਨੂੰ ਦੇਖਣ ਵਾਸਤੇ ਸਿਰਫ ਆਪਾਂ ਐਂਜੀਓਸਪਰਮਸ ਦੇ ਕਲਾਸੀਫਿਕੇਸ਼ਨ ਦੇ ਬੇਸਿਸ ਦੀ ਗੱਲ ਕਰਦੇ ਹਾਂ। ਜਿਹੜੇ ਪਹਿਲਾਂ ਦੇ ਕਲਾਸੀਫਿਕੇਸ਼ਨ ਸਿਸਟਮਸ ਹੁੰਦੇ ਸੀ ਉਹ ਸਿਰਫ ਗਰੋਸ ਸੁਪਰਫਿਸ਼ੀਅਲ ਮੋਰਫੋਲੋਜੀਕਲ ਕੈਰੈਕਟਰਸ ਦੇ ਉੱਪਰ ਬੇਸਡ ਸੀਗੇ, ਮਤਲਬ ਉਹ ਸਿਰਫ ਦੇਖਦੇ ਸੀ ਬਾਰੋਂ ਵੀ ਮੋਰਫੋਲੋਜੀ ਦੇਖਦੇ ਸੀਗੇ। ਠੀਕ ਹੈ, ਆਰਗੈਨਿਜ਼ਮ ਦੀ। ਅਤੇ ਇਹ ਜਿੱਦਾਂ ਕਿ ਹੈਬਿਟ ਹੋ ਗਿਆ, ਕਲਰ, ਨੰਬਰ ਐਂਡ ਸ਼ੇਪ ਆਫ ਲੀਵਸ, ਕਿੰਨੇ ਨੰਬਰ ਨੇ ਇਹਦੇ, ਕਿੰਨੀਆਂ ਲੀਵਸ ਉੱਗਦੀਆਂ ਨੇ, ਕਿੱਦਾਂ ਦੀ ਸ਼ੇਪ ਹੈ। ਠੀਕ ਹੈ, ਬਸ ਇਹ ਦੇਖ ਕੇ ਉਹਨਾਂ ਨੂੰ ਇੱਕ ਜੋ ਸੇਮ ਮਿਲਦੀ ਹੁੰਦੀ ਸੀ ਤਾਂ ਉਹਨਾਂ ਨੂੰ ਇੱਕੋ 'ਚ ਪਾ ਦਿੰਦੇ ਹੁੰਦੇ ਸੀਗੇ। ਠੀਕ ਹੈ, ਇੱਕ ਗਰੁੱਪ ਦੇ ਵਿੱਚ ਜੇ ਉਹ ਨਹੀਂ ਮਿਲਦੇ ਹੁੰਦੇ ਸੀ ਕਰੈਕਟਰ, ਸਿੰਪਲ ਜਿਹੇ ਕਰੈਕਟਰ ਸੀਗੇ, ਤਾਂ ਉਹਨਾਂ ਨੂੰ ਦੂਜੇ ਗਰੁੱਪ 'ਚ ਪਾ ਦਿੱਤੇ ਹੁੰਦੇ। ਪਰ ਅੱਜ ਦੇ ਇੱਦਾਂ ਦੇ ਨਹੀਂ ਹੈਗੇ। ਠੀਕ ਹੈ, ਆਪਾਂ ਅੱਜ ਦੇ ਕਲਾਸੀਫਿਕੇਸ਼ਨ ਸਿਸਟਮ ਦੀ ਵੀ ਅੱਗੇ ਗੱਲ ਕਰਾਂਗੇ। ਅਤੇ ਹੋਰ ਇਹ ਕੀ ਕਰਦੇ ਸੀ, ਇਹਨਾਂ ਨੇ
ਵੈਜੀਟੇਟਿਵ ਕਰੈਕਟਰਸ ਤੇ ਇਹਨਾਂ ਨੇ ਕੀ ਵੈਜੀਟੇਟਿਵ ਕਰੈਕਟਰਸ ਤੇ ਇਹ ਐਂਡੋਸੋਮ ਸਟਰਕਚਰ, ਵੈਜੀਟੇਟਿਵ ਕਰੈਕਟਰਸ ਤੇ ਐਂਡੋਸੋਮ ਸਟਰਕਚਰ ਦੇ ਉੱਪਰ ਬੇਸਡ ਸੀਗੇ, ਠੀਕ ਹੈ। ਤੇ ਇਹ ਸਿਸਟਮ ਕਿਹਨੇ ਦਿੱਤਾ ਸੀਗਾ? ਲੀਨੀਅਸ ਪਾਜੀ ਨੇ ਦਿੱਤਾ ਸੀ, ਜਿਹਨੇ ਸਭ ਤੋਂ ਪਹਿਲਾਂ ਫਾਦਰ ਆਫ ਟੈਕਸੋਨੋਮੀ ਕਿਹਾ ਗਿਆ ਹੈ ਨਾ, ਰਾਈਟ, ਲੀਨੀਅਸ ਨੂੰ। ਤੇ ਇਹ ਜਿਹੜੇ ਸਿਸਟਮਸ ਹੁੰਦੇ ਸੀਗੇ ਇਹ ਆਰਟੀਫਿਸ਼ੀਅਲ ਹੁੰਦੇ ਸੀ, ਇਹਨਾਂ ਨੂੰ ਆਰਟੀਫਿਸ਼ੀਅਲ, ਹੁਣ ਐਜ਼ਰਸ਼ਨ ਰੀਜ਼ਨਿੰਗ ਦੇ ਵਿੱਚ ਕੁਐਸਚਨ ਆ ਸਕਦਾ ਵੀ ਐਜ਼ਰਸ਼ਨ ਆ ਸਕਦਾ ਦੈਟ ਦ ਅਰਲੀਅਰ ਸਿਸਟਮਸ ਆਫ ਕਲਾਸੀਫਿਕੇਸ਼ਨ ਵਰ ਆਰਟੀਫਿਸ਼ੀਅਲ, ਠੀਕ ਹੈ। ਫਿਰ ਉਹਦੇ ਵਿੱਚ ਰੀਜ਼ਨ ਕੁਛ ਵੀ ਆ ਸਕਦੇ, ਪਰ ਇਹਦਾ ਹੁਣ ਆਪਾਂ ਨੂੰ ਕਰੈਕਟ ਰੀਜ਼ਨ ਇਹ ਤੋਂ ਪਤਾ ਲੱਗ ਜਾਊਗਾ why they were artificial, because they separated very closely related species, ठीक है। उन्होंने बहुत ज़्यादा closely related species में separate करता on the basis of very few characteristics, ठीक है। उन्होंने कुछ ही characteristics ने उन्होंने classification का basis बनाया, जे दो species दी characteristics same हुंदी सी है ना, ਮਿਲਦੀ ਸੀ ਤਾਂ ਉਹ ਸੇਮ ਗਰੁੱਪ ਦੇ ਵਿੱਚ ਪਾ ਦਿੱਤੇ ਜਾਂਦੇ ਸੀ, ਜੇ ਉਹ ਜਿਹੜੇ ਕਰੈਕਟਰਿਸਟਿਕ ਸੀ ਉਹ ਨਹੀਂ ਮਿਲਦੀ ਸੀ ਤਾਂ ਉਹਨਾਂ ਨੂੰ ਅਲੱਗ ਗਰੁੱਪ ਦੇ ਵਿੱਚ ਪਾਏ ਜਾਂਦੇ ਸੀ। ਹੋਰ ਕੋਈ ਉਹਨਾਂ ਦੇ ਕਰੈਕਟਰ ਦੇਖੇ ਨਹੀਂ ਹੁੰਦੇ ਸੀ ਕਿ ਮਿਲਦਾ ਕਿ ਨਹੀਂ, ਭਾਵੇਂ ਉਹ ਜਿਹੜੀ ਦੋ ਕਰੈਕਟਰ ਉਹਨਾਂ ਨੇ ਦੇਖੇ ਉਹ ਨਾ ਮਿਲਦੇ ਉਹਨੂੰ, ਠੀਕ ਹੈ, ਦੋ ਸਪੀਸ਼ੀਜ਼ ਦੇ, ਬਾਕੀ ਸਾਰੇ ਕਰੈਕਟਰ ਮਿਲਦੇ ਹੋਣ, ਪਰ ਇੰਨੀ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਤੇ ਇੰਨੇ ਸਾਰੇ ਕਰੈਕਟਰਸ ਮਿਲਦੇ ਹੋਣ, ਸਿਰਫ ਦੋ ਕਰੈਕਟਰਿਸਟਿਕਸ ਦੇ ਬੇਸਿਸ 'ਤੇ ਉਹਨਾਂ ਨੇ ਉਹਨਾਂ ਨੂੰ ਸੈਪਰੇਟ ਕਰਤਾ, ਉਹਨਾਂ ਦੀ ਜੁਦਾਈ ਕਰਤੀ, ਠੀਕ ਹੈ। ਤੇ ਜਿਹੜੇ ਆਰਟੀਫਿਸ਼ੀਅਲ ਸਿਸਟਮ ਸੀਗੇ ਉਹਨਾਂ ਨੇ ਇਕੁਅਲ ਵੇਟੇਜ ਦਿੱਤੀ ਸੀ ਵੈਜੀਟੇਟਿਵ ਤੇ ਸੈਕਸ਼ੂਅਲ ਕਰੈਕਟਰਿਸਟਿਕਸ ਨੂੰ, ਵੈਜੀਟੇਟਿਵ ਤੇ ਸੈਕਸ਼ੂਅਲ ਕਰੈਕਟਰਿਸਟਿਕਸ ਨੂੰ ਉਹਨਾਂ ਨੇ ਆਰਟੀਫਿਸ਼ੀਅਲ ਸਿਸਟਮ ਸੇ ਇਕੁਅਲ ਵੇਟੇਜ, ਤੇ ਇਹ ਵੀ ਐਕਸੈਪਟੇਬਲ ਨਹੀਂ ਹੈਗਾ, ਠੀਕ ਹੈ। ਤਾਂ ਦੋ ਰੀਜ਼ਨ ਹੋ ਸਕਦੇ ਆਰਟੀਫਿਸ਼ੀਅਲ ਦੇ ਵੀ ਉਹਨਾਂ ਨੂੰ ਆਰਟੀਫਿਸ਼ੀਅਲ ਕਿਉਂ ਕਿਹਾ ਗਿਆ, ਇੱਕ ਤਾਂ ਉਹਨਾਂ ਨੇ ਵੈਰੀ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਨੂੰ ਵੱਖ-ਵੱਖ ਕਰਤਾ, ਤੇ ਦੂਜਾ ਇਹ ਹੋ ਸਕਦਾ ਕਿ ਉਹ ਦੋ ਮਤਲਬ ਵੈਜੀਟੇਟਿਵ ਤੇ ਜਿਹੜੇ ਸੈਕਸ਼ੂਅਲ ਕਰੈਕਟਰਿਸਟਿਕਸ ਉਹਨਾਂ ਨੂੰ ਇਕੁਅਲ ਵੇਟੇਜ ਦਿੱਤੀ ਸੀ, ਐਂਡ ਦਿਸ ਇਜ਼ ਆਲਸੋ ਨਾਟ ਐਕਸੈਪਟੇਬਲ। ਕਿਉਂ ਨਹੀਂ ਐਕਸੈਪਟੇਬਲ ਹੈਗਾ? ਕਿਉਂਕਿ ਜਿਹੜੇ ਵੈਜੀਟੇਟਿਵ ਕਰੈਕਟਰਿਸਟਿਕਸ ਹੁੰਦੇ ਨੇ ਉਹ ਈਜ਼ੀਲੀ ਇਨਫਲੂਐਂਸ ਹੋ ਜਾਂਦੇ ਨੇ ਜਾਂ ਈਜ਼ੀਲੀ ਅਲਟਰ ਹੋ ਜਾਂਦੇ ਨੇ ਬਾਏ ਦਾ ਐਨਵਾਇਰਨਮੈਂਟ, ਠੀਕ ਹੈ, ਬਹੁਤ ਇਫੈਕਟ ਪੈਂਦਾ ਐਨਵਾਇਰਨਮੈਂਟ ਦੇ ਵੈਜੀਟੇਟਿਵ ਕਰੈਕਟਰਿਸਟਿਕਸ ਦੇ ਉੱਪਰ, ਬਟ ਸੈਕਸ਼ੂਅਲ ਕਰੈਕਟਰਿਸਟਿਕਸ ਦੇ ਉੱਪਰ ਇੰਨਾ ਇਫੈਕਟ ਨਹੀਂ ਪੈਂਦਾ ਹੈਗਾ, ਤੇ ਇਸ ਕਰਕੇ ਉਹਨਾਂ ਨੂੰ ਆਰਟੀਫਿਸ਼ੀਅਲ ਕਿਹਾ ਗਿਆ। ਉਸ ਤੋਂ ਬਾਅਦ ਡਿਵੈਲਪ ਹੋਏ ਬਾਈ ਗ੍ਰੈਜੂਅਲੀ ਐਂਡ ਸਲੋ ਲਿਖੀ ਆ ਆਪਣੇ ਨੈਚੁਰਲ ਕਲਾਸੀਫਿਕੇਸ਼ਨ ਸਿਸਟਮਸ ਜਿਹੜੇ ਨੇ ਉਹ ਡਿਵੈਲਪ ਹੋਏ, ਠੀਕ ਹੈ, ਜਿਹੜੇ ਕਿ ਨੈਚੁਰਲ ਅਫਿਨਿਟੀਜ਼ ਦੇ ਉੱਪਰ ਬੇਸਡ ਸੀ ਅਮੰਗ ਦ ਆਰਗੈਨਿਜ਼ਮਸ, ਠੀਕ ਹੈ। ਨੈਚੁਰਲ ਕਲਾਸੀਫਿਕੇਸ਼ਨ ਸਿਸਟਮਸ ਵਰ ਬੇਸਡ ਔਨ ਨੈਚੁਰਲ ਅਫਿਨਿਟੀਜ਼ ਅਮੰਗ ਦ ਆਰਗੈਨਿਜ਼ਮਸ, ਠੀਕ ਹੈ, ਮਤਲਬ ਉਹਨਾਂ ਦੀ ਆਪਣੇ ਨੈਚੁਰਲ ਕਰੈਕਟਰਸ ਦੇਖੀ ਜਾਂਦੇ ਸੀਗੇ, ਰਾਈਟ। ਤੇ ਉਹ ਸਿਰਫ ਐਕਸਟਰਨਲ ਫੀਚਰਸ ਹੀ ਨਹੀਂ ਦੇਖਦੀ ਸੀ ਕਿ ਬਾਹਰੋਂ ਮੋਰਫੋਲੋਜੀਕਲੀ ਨਹੀਂ ਦੇਖਦੀ ਸੀ, ਉਹ ਇੰਟਰਨਲ ਫੀਚਰਸ ਵੀ ਦੇਖਦੇ ਸੀ, ਇੰਟਰਨਲ ਕਰੈਕਟਰਿਸਟਿਕਸ ਵੀ ਦੇਖਦੇ ਸੀ, ਜਿੱਦਾਂ ਕਿ ਹੋ ਗਿਆ ਆਪਣਾ ਅਲਟਰਾ ਸਟਰਕਚਰ, ਐਨਾਟੋਮੀ, ਐਂਬਰੀਓਲੋਜੀ, ਫਾਈਟੋਕੈਮਿਸਟਰੀ। ਅਲਟਰਾ ਸਟਰਕਚਰ ਮਤਲਬ ਅੰਦਰੋਂ ਚੀਰ ਫੜ ਕਰਨਾ, ਐਨਾਟੋਮੀ ਵੀ ਸੇਮ ਹੋ ਗਿਆ, ਰਾਈਟ। ਐਂਬਰੀਓਲੋਜੀ ਕਿ ਐਂਬਰੀਓਨਿਕ ਡਿਵੈਲਪਮੈਂਟ ਕਿੱਦਾਂ ਦੀ ਹੈ, ਠੀਕ ਹੈ, ਕਿੰਨਾ ਦੀ ਐਂਬਰੀਓਨਿਕ ਡਿਵੈਲਪਮੈਂਟ ਸੇਮ ਆ, ਕਿੰਨਾ ਦੀ ਡਿਫਰੈਂਟ ਆ, ਠੀਕ ਹੈ। ਤੇ ਫਾਈਟੋਕੈਮਿਸਟਰੀ ਮਤਲਬ ਪਲਾਂਟਸ ਦੀ ਕੈਮਿਸਟਰੀ, ਉਹਨਾਂ ਦੇ ਕੈਮੀਕਲ ਕੌਨਸਟੀਟਿਊਐਂਟਸ ਹੋ ਗਏ, ਇਹ ਸਭ ਦੇਖਿਆ ਜਾਂਦਾ ਸੀਗਾ। ਤੇ ਇਹ ਜਿਹੜੀ ਕਲਾਸੀਫਿਕੇਸ਼ਨ ਦੀ ਫਲਾਵਰਿੰਗ ਪਲਾਂਟਸ ਕਿਹਨਾਂ ਨੂੰ ਕਿਹਾ ਜਾਂਦਾ? ਫਲਾਵਰਿੰਗ ਪਲਾਂਟਸ, ਠੀਕ ਹੈ। ਹੁਣ ਇੱਥੇ ਤੁਹਾਨੂੰ ਸਟੇਟਮੈਂਟ ਆ ਸਕਦੀ ਹੈ ਕਿ ਇਹ ਕਰੈਕਟ ਹੈ ਕਿ ਨਹੀਂ, ਉਹਨਾਂ ਨੇ ਲਿਖਿਆ ਸਕਦਾ ਸਰ ਦੈਟ ਦ ਕਲਾਸੀਫਿਕੇਸ਼ਨ ਆਫ ਪਲਾਂਟਸ ਵਾਸ ਗਿਵਨ ਬਾਈ, ਫਲਾਵਰਿੰਗ ਨਹੀਂ ਲਿਖਿਆ ਹੋਇਆ ਤਾਂ ਗਲਤ ਹੋ ਗਈ, ਰਾਈਟ। ਜਾਂ ਫਿਰ ਉਹਨਾਂ ਨੇ ਕਹਿ ਸਕਦੇ ਐਲਗੇ ਜਾਂ ਕੁਛ ਹੋਰ ਦੇਖ ਸਕਦੇ ਆ। ਤਾਂ ਇਹ ਤੁਸੀਂ ਕੀ ਪੁਆਇੰਟ ਨੂੰ ਯਾਦ ਰੱਖਣਾ ਦੈਟ ਫਲਾਵਰਿੰਗ ਪਲਾਂਟਸ ਵਾਸ ਗਿਵਨ ਬਾਈ ਜਾਰਜ ਬੈਂਥਮ ਤੇ ਜੋਸਫ ਡਾਲਟਨ ਹੁਕਰ, ਇਹ ਦੋ ਭਾਜੀ ਨੇ ਆਪਾਂ ਨੂੰ ਕਲਾਸੀਫਿਕੇਸ਼ਨ ਕੀਤੀ ਸੀ ਫਲਾਵਰਿੰਗ ਪਲਾਂਟਸ ਦੀ। ਓਕੇ, ਨਾਓ ਐਟ ਪ੍ਰੈਜ਼ੈਂਟ ਫਾਈਲੋਜੈਨੇਟਿਕ, ਹੁਣ ਆਪਾਂ ਕਿਹਾ ਸੀ ਆਪਾਂ ਅੱਜ ਦੇ ਸਿਸਟਮ ਦੀ ਵੀ ਗੱਲ ਕਰਾਂਗੇ, ਪਹਿਲਾਂ ਇਹਨੂੰ ਆਰਟੀਫਿਸ਼ੀਅਲ ਕਿਹਾ ਗਿਆ, ਹੁਣ ਵਾਲੇ ਨੈਚੁਰਲ ਕਿਹਾ ਗਿਆ, ਠੀਕ ਹੈ। ਹੁਣ ਵਾਲੇ ਵੀ ਮਤਲਬ ਜਿਹੜੇ ਜਾਰਜ ਬੈਂਥਮ ਤੇ ਜੋਸਫ ਉਹਨਾਂ ਨੂੰ ਨੈਚੁਰਲ ਕਿਹਾ ਗਿਆ ਕਿਉਂਕਿ ਉਹ ਇੰਟਰਨਲ ਫੀਚਰਸ ਦੇਖਦੇ ਸੀ ਵਿਦ ਐਕਸਟਰਨਲ ਫੀਚਰਸ, ਰਾਈਟ। ਬਟ ਹੁਣ ਆਪਾਂ ਅੱਜ ਦੇ ਸਿਸਟਮਸ ਦੀ ਗੱਲ ਕਰਦੇ ਹਾਂ ਕਿ ਅੱਜ ਕਲਾਸੀਫਿਕੇਸ਼ਨ ਕਿੱਦਾਂ ਕੀਤੀ ਜਾਂਦੀ ਹੈ, ਠੀਕ ਹੈ। ਐਟ ਪ੍ਰੈਜ਼ੈਂਟ ਜਿਹੜੇ ਆ ਸਿਰਫ ਤੇ ਸਿਰਫ ਫਾਈਲੋਜੈਨੇਟਿਕ ਕਲਾਸੀਫਿਕੇਸ਼ਨ ਸਿਸਟਮਸ ਹੀ ਐਕਸੈਪਟੇਬਲ ਨੇ। ਫਾਈਲੋਜੈਨੇਟਿਕ ਮਤਲਬ ਕਿ ਜਿਹੜੇ ਐਵੋਲਿਊਸ਼ਨਰੀ ਰਿਲੇਸ਼ਨਸ਼ਿਪਸ ਦੇ ਉੱਪਰ ਬੇਸਡ ਹੋਣ, ਠੀਕ ਹੈ, ਮਤਲਬ ਇਹਨਾਂ ਦਾ ਪਹਿਲਾਂ ਇੱਕ ਕਾਮਨ ਐਂਸੈਸਟਰ ਹੁੰਦਾ ਸੀ, ਕਾਮਨ ਐਂਸੈਸਟਰਸ ਤੋਂ ਅੱਗੇ ਆਹ ਵਾਲੀ ਸਪੀਸ਼ੀਜ਼ ਡਿਵੈਲਪ ਹੋਈਆਂ, ਠੀਕ ਹੈ, ਤਾਂ ਉਹਨਾਂ ਨੂੰ ਹੀ ਸੇਮ ਕੈਟੇਗਰੀ 'ਚ, ਸੇਮ ਗਰੁੱਪ 'ਚ, ਸੇਮ ਟੈਕਸਨ ਦੇ ਵਿੱਚ ਰੱਖਿਆ ਜਾਂਦਾ ਹੈਗਾ, ਠੀਕ ਹੈ। ਤੇ ਜਿਹੜੇ ਸਿਸਟਮ ਫਾਈਲੋਜੈਨੇਟਿਕ ਕਲਾਸੀਫਿਕੇਸ਼ਨ ਰਿਲੇਸ਼ਨਸ਼ਿਪ ਦੇ ਉੱਪਰ ਬੇਸਡ ਨਹੀਂ ਹੁੰਦੇ ਉਹਨਾਂ ਨੂੰ ਅੱਜ ਐਕਸੈਪਟ ਨਹੀਂ ਕੀਤਾ ਜਾਂਦਾ, ਠੀਕ ਹੈ। ਤੇ ਫਾਈਲੋਜੈਨੇਟਿਕ ਕਲਾਸੀਫਿਕੇਸ਼ਨ ਸਿਸਟਮ ਇਹ ਅਜ਼ਿਊਮ ਕਰਦੇ ਨੇ ਕਿ ਜਿਹੜੇ ਆਰਗੈਨਿਜ਼ਮ ਸੇਮ ਟੈਕਸਾ ਤੋਂ ਬਿਲੋਂਗ ਕਰਦੇ ਨੇ, ਠੀਕ ਹੈ, ਸੇਮ ਯੂਨਿਟ ਆਫ ਕਲਾਸੀਫਿਕੇਸ਼ਨ ਤੋਂ ਬਿਲੋਂਗ ਕਰਦੇ ਨੇ, ਉਹਨਾਂ ਦਾ ਇੱਕ ਕਾਮਨ ਐਂਸੈਸਟਰ ਹੁੰਦਾ,
ठीक है। तो हुण आपां काफ़ी सोर्सिस तो ਇਹ ਸਿਰਫ ਆਪਾਂ ਮਤਲਬ ਇੱਕ ਅੱਧੀ ਸੋਰਸ ਤੋਂ ਜਾਂ ਫਿਰ ਇੱਕ ਅੱਧੀ ਚੀਜ਼ ਲੈ ਕੇ ਨਹੀਂ ਆਪਾਂ ਕਲਾਸੀਫਿਕੇਸ਼ਨ ਕਰਦੇ, ਆਪਾਂ ਜਿਹੜੀ ਇਨਫੋਰਮੇਸ਼ਨ ਉਹ ਕਾफ़ੀ ਸੋਰਸਿਸ ਤੋਂ ਕਲੈਕਟ ਕਰਦੇ ਆ, ਠੀਕ ਹੈ। ਅਤੇ फिर आप क्लासीफिकेशन या डिफिकल्टीज़ जी रिजॉल्व करते हैं, मतलब आप काफ़ी चीज़ा देखते हैं, सिर्फ एक अद्धी चीज़ नहीं देखते। हाँ भी मैं सेल को लैके मैं प्लांट्स पता नहीं है तो मैं एनिमल्स पता, दिस इज़ नॉट एक्सेप्टेबल टू मी, ठीक है। तो अगे भी होर जे अपने होर आप तरक्की की अगे होर कुछ अपन लभे ये तो वो बेसिस के उपर अपनी नॉलेज के बेसिस के उपर अगे भी चेंजिस होंदे रहणगे, दे विल टेक प्लेस इन द फ्यूचर टू, राइट। तो अपना जिहड़ा काफ़ी सोर्सिस तो इनफॉर्मेशन लैना वो अज बहुत ही इंपॉर्टेंट भी आ, क्योंकि जे अपने कोई भी सपोर्टिंग फॉसिल एविडेंस नहीं है, ठीक है। जो अपने कोई भी सपोर्टिंग फॉसिल एविडेंस नहीं है किसी स्पीशीज़ का कि किधर कितों मतलब अगे अगे किद्दां बनी है ना, तो वो वास्ते आपां नूं काफ़ी सोर्सिस तो इनफॉर्मेशन लैनी जरूरी पैंदी है, ठीक है। These become more important because there is no supporting fossil evidence हो गया। Numerical taxonomy which is now easily carried out using computers, ठीक है, is based on all observable characteristics. Numbering codes are assigned to the characters and the data are then processed. In this way, each character is given equal importance and at the same time hundreds of characters can be considered. ਜਿਹੜੇ ਨੂਮੈਰੀਕਲ ਹੁਣ ਆਪਾਂ ਡਿਫਰੈਂਟ ਟਾਈਪਸ ਆਫ ਟੈਕਸੋਨੋਮੀ ਦੀ ਗੱਲ ਕਰਦੇ ਹਾਂ ਜਿਹੜੀ ਕਿ ਅੱਜ ਆਪਾਂ ਨੂੰ ਦੇਖਣ ਨੂੰ ਮਿਲਦੀ ਆ, ਠੀਕ ਹੈ। ਉਹਨਾਂ ਦੇ ਕੁਝ ਟਾਈਪਸ ਹੈਗੇ ਨੇ ਨੂਮੈਰੀਕਲ ਟੈਕਸੋਨੋਮੀ, ਸਾਈਡੋ ਟੈਕਸੋਨੋਮੀ, ਕੀਮੋ ਟੈਕਸੋਨੋਮੀ, ਰਾਈਟ। ਜਿਹੜੀ ਨੂਮੈਰੀਕਲ ਟੈਕਸੋਨੋਮੀ ਆ ਉਹਦੇ ਵਿੱਚ ਉਹ ਕੀ ਆ ਕਾफ़ी ਸਾਰੇ ਨਹੀਂ ਔਰ ਜਿਹੜੇ ਵੀ ਆਪਾਂ ਨੂੰ ਓਬਜ਼ਰਵੇਬਲ ਕੈਰੈਕਟਰਿਸਟਿਕਸ ਨੇ, ਚਾਹੇ ਉਹ ਇੰਟਰਨਲ ਕੈਰੈਕਟਰਿਸਟਿਕਸ ਨੇ, ਐਕਸਟਰਨਲ ਫੀਚਰਸ ਨੇ, ਠੀਕ ਹੈ, ਜਿਹੜੇ ਵੀ ਆਪਾਂ ਨੂੰ ਦਿਖ ਰਹੇ ਨੇ, ਰਾइट, डिफरेंट कैरेक्टर्स, वो सारे कैरेक्टर्स के उपर बेस्ड है, सारे कैरेक्टर्स के उपर कोई भी कैरेक्टर नूं एक्सक्लूड नहीं किया जाता। तो फिर नंबर ते कोड असाइन किए जाते हैं हर एक करैक्टर को, ठीक है। एक करैक्टर में एक नंबर एक कोड असाइन किया जाता है, उस बाद सारे करैक्टर्स को नंबर्स के कोड असाइन करके कंप्यूटर्स के डाटे को प्रोसैस किया जाता। इस नाल कि आप साइमल्टेनियसली मतलब इक्को समय के काफ़ी सारे करैक्टर्स को आप देखते हैं, काफ़ी सारे करैक्टर्स एज अ बेसिस लैने अपनी क्लासीफिकेशन का, ठीक है। तो इक्को टाइम पर आप हंड्रड्स ऑफ कैरेक्टर्स लैने, ठीक है। तो आप किसी भी कैरेक्टर को एक्सक्लूड नहीं करते, तो इस करके बहुत ही वधिया कह सकते हैं टैक्सोनॉमी दा टाइप है, राइट, क्योंकि आप एक अद्धा कैरेक्टर नहीं देखते, आप हंड्रड्स थाउजेंड ऑफ कैरेक्टर्स देखने ना सिंगल टाइम। नैक्सट आप गल करते हैं साइटो टैक्सोनॉमी की। साइटो टैक्सोनॉमी, साइटो तो पता ही लगता, साइटो मतलब सेल, ठीक है। टैक्सोनॉमी तो आप पहले चैप्टर से पढ़ते आए हैं, राइट। साइटो टैक्सोनॉमी जी है साइटोलॉजिकल इनफॉर्मेशन ते बेस्ड होंगी है। साइटोलॉजिकल इनफॉर्मेशन जैसे कि क्रोमोसोम नंबर हो गया, स्ट्रक्चर ते बिहेवियर हो गया, ठीक है। साइटो टैक्सोनॉमी सिर्फ सैल की इनफॉर्मेशन के उपर बेस्ड होंगी है, सैल की आ सकते भी किन्ने क्रोमोसोम ने, क्रोमोसोम का पैटर्न की है, ठीक है, ट्रेंड की चल रहा है, तो स्ट्रक्चर किदां दा सैल का, बिहेवियर किदां दा, किदां दे प्रोटीन जो बना रहे हैं, ये सब के बेसिस के उपर आप साइटो टैक्सोनॉमी जिहड़ा है हुंदी है। नैक्सट इज कीमो टैक्सोनॉमी। कीमो टैक्सोनॉमी की मतलब पता ही चल रहा है कैमिकल्स, जो कैमिकल्स के बेसिस हो गए, राइट। जी कीमो टैक्सोनॉमी होंगी है वो कैमिकल कॉन्स्टिट्यूएंट्स ऑफ प्लांट्स के उपर डिपेंड होती है। इत्थे हुण तुहानूं इत्थे भी प्लांट नूं की पॉइंट तो लैना पैना, राइट। कीमो टैक्सोनॉमी इज बेस्ड ऑन द केमिकल कॉन्स्टिट्यूएंट्स ऑफ एनिमल्स। दिस कुड बी अ स्टेटमेंट दैट कैन कम इनटू द पेपर, ठीक है। तो कह सकते हैं कि केमिकल कॉन्स्टिट्यूएंट्स ऑफ एनिमल्स के उपर कीमो टैक्सोनॉमी जी है वो डिपेंड करती है, एंड दिस वुड बी रॉन्ग बिकॉज एनसीईआरटी विच की लिखा कि वो प्लांट्स दे केमिकल कॉन्स्टिट्यूएंट्स के उपर डिपेंड करती है। तो ये प्लांट के केमिकल कॉन्स्टिट्यूएंट्स को कंसीडर करके आप कन्फ्यूजन रिजॉल्व करते हैं, ठीक है। तो ये भी बहुत ज़्यादा ट्रेंड च, ये भी बहुत ज़्यादा यूज़ की जाती है अजकल बाय साइंटिस्ट। सो ये अपनी इंट्रोडक्शन की वीडियो होगी। सो आप सोचा कि 14 मिनट की कल इंट्रोडक्शन होगी, तो चैप्टर तो बहुत लंबा ना, एक और वीडियो बहुत लंबी हो जाएगी, दैट वुड बी नॉट राइट। सो आप अगली वीडियो अगे अगे मतलब सारे 5 जोड़े फाइलम ने एक वीडियो के एक फाइलम करा। सो धन्यवाद तुहाडा इत्थे वीडियो देखने, अगली वीडियो भी जरूर देखना। सत श्री अकाल जी सारे।